हेलो स्टूडेंट्स, लास्ट टाइम ਅਸੀਂ कर चुके थे एक आर्टिकल जिसका नाम से ऑप्टिकल रेजोनेटर कैविटी दैट इज़ वेरी इंपॉर्टेंट फॉर द पॉइंट ऑफ लेजर एक्शन। ਜਿਹੜਾ ਅੱਜ ਦਾ ਅਸੀਂ ਟੌਪਿਕ ਸਟਾਰਟ ਕਰਨਾ ਹੈ ਉਹ ਹੈਗਾ ਥ੍ਰੈਸ਼ਹੋਲਡ ਕੰਡੀਸ਼ਨ ਫॉर ਆ ਲੇਜ਼ਰ ਪ੍ਰੋਸੈਸ। ਹੁਣ ਇਸ ਕੇਸ ਦੇ ਵਿੱਚ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਪਹਿਲਾਂ ਦਾ ਥ੍ਰੈਸ਼ਹੋਲਡ ਕੰਡੀਸ਼ਨ ਕੀ ਹੈ, ਇਸ ਨੂੰ ਅਸੀਂ ਸਿੱਖਣਾ ਹੈ। ਉਸ ਤੋਂ ਬਾਅਦ ਅਸੀਂ ਪੜਾਂਗੇ ਵਾਟ ਇਜ਼ ਦ ਯੂਜ਼ ਇਨ ਦ ਲੇਜ਼ਰ ਪ੍ਰੋਸੈਸ। ਜਿਹੜੀ ਵੀ ਮਿਨੀਮਮ ਅਮਾਊਂਟ ਆਫ ਕੋਈ ਐਨਰਜੀ ਹੈ, ਮਿਨੀਮਮ ਅਮਾਊਂਟ ਆਫ ਕੋਈ ਰਿਕੁਆਇਰਮੈਂਟ ਹੈ ਕਿਸੇ ਵੀ ਪ੍ਰੋਸੈਸ ਨੂੰ ਸਟਾਰਟ ਹੋਣ ਦੇ ਲਈ, ਉਸ ਨੂੰ ਅਸੀਂ ਵਰਡ ਯੂਜ਼ ਕਰਦੇ ਹਾਂ ਦੈਟ ਇਜ਼ ਥ੍ਰੈਸ਼ਹੋਲਡ। ਲਾਸਟ ਟਾਈਮ ਅਸੀਂ ਇੱਕ ਚੀਜ਼ ਕੀਤਾ ਸੀ ਕਿ ਜਦੋਂ ਅਸੀਂ ਇੱਕ ਆਪਟੀਕਲ ਰੈਜ਼ੋਨੇਟਰ ਕੈਵਿਟੀ ਲਿੱਤੀ ਸੀ ਜਿਸ ਦੇ ਵਿਚਕਾਰ ਅਸੀਂ ਇੱਕ ਐਕਟਿਵ ਮੀਡੀਅਮ ਰੱਖਿਆ ਸੀ and it is also bounded by two mirrors, say that is M1 or you can say it is M2 and M1। ਹੁਣ ਦੇਖੋ ਜਦੋਂ ਇਸ ਦੇ ਵਿਚਕਾਰ ਅਸੀਂ ਕਿਹਾ ਕਿ ਲੇਜ਼ਰਸ ਓਸੀਲੇਸ਼ਨਸ ਹੋਈਆਂ, ਵੇਵਸ ਇਧਰ ਟੂ ਐਂਡ ਫਰੋ ਆਪਣੇ ਕੋਲ ਮੂਵ ਕਰ ਰਹੀਆਂ, ਤਾਂ ਇੱਕ ਪੁਆਇੰਟ ਦੇ ਉੱਪਰ ਇੰਨੀ ਜ਼ਿਆਦਾ ਇੰਟੈਂਸ ਬੀਮ ਹੋਏਗੀ, ਅਸੀਂ ਕਿਹਾ ਸੀ ਕਿ ਇਸ ਮਿਰਰ ਦੇ ਵਿੱਚੋਂ ਇਹ ਕੀ ਹੋ ਜਾਣਗੀਆਂ, ਪਾਸ ਆਊਟ, ਬਿਕੋਜ਼ ਮਿਰਰ M1 ਇਜ਼ ਨੋਟ perfectly 100% reflective, it is slightly less than 100% reflective, that is less than 100% reflective। ਹੁਣ ਕੁਐਸਚਨ ਇਹ ਆਉਂਦਾ ਕਿ ਕਿਸ ਕੰਡੀਸ਼ਨ ਦੇ ਉੱਪਰ ਜਾ ਕੇ ਇਹ ਲੇਜ਼ਰ ਬੀਮ ਆਊਟਪੁੱਟ ਤੁਹਾਡੇ ਕੋਲ ਮਿਲੇਗੀ, ਤਾਂ ਇੱਕ ਪਾਰਟੀਕੂਲਰ ਐਨਰਜੀ, ਇੱਕ ਮਿਨੀਮਮ ਅਮਾਊਂਟ ਆਫ ਇੰਟੈਂਸਿਟੀ ਹੋਣੀ ਅੰਦਰ ਜ਼ਰੂਰੀ ਹੈ ਕੈਵਿਟੀ ਦੇ, ਜਿਸ ਦੇ ਉੱਪਰ ਜਾ ਕੇ ਇਹ ਮਿਰਰ M1 ਦੇ ਵਿੱਚੋਂ ਕੀ ਕਰ ਜਾਏਗੀ, ਕ੍ਰੋਸ। ਉਸੇ ਕੰਡੀਸ਼ਨ ਨੂੰ ਅਸੀਂ ਕੀ ਨਾਮ ਦਿੱਤਾ, ਦੈਟ ਇਜ਼ ਨੋਨ ਐਜ਼ ਦ ਥ੍ਰੈਸ਼ਹੋਲਡ ਕੰਡੀਸ਼ਨ। ਹੁਣ ਇਸ ਥ੍ਰੈਸ਼ਹੋਲਡ ਕੰਡੀਸ਼ਨ ਨੂੰ ਕੈਲਕੂਲੇਟ ਅਸੀਂ ਇਸ ਆਰਟੀਕਲ 'ਚ ਕਰਨਾ ਕੰਪਲੀਟਲੀ। ਇਸ ਲਈ ਸਭ ਤੋਂ ਪਹਿਲਾਂ ਮੈਂ ਮੰਨ ਕੇ ਚੱਲ ਰਿਹਾ, let us suppose the length of this optical resonator cavity is taken as the capital L, okay। now ਜੇ ਤੁਹਾਨੂੰ ਯਾਦ ਹੋਵੇ ਲਾਸਟ ਦੇ ਵਿਚਕਾਰ ਜਾਂ ਸਿੰਪਲ ਐਬਜ਼ੋਰਪਸ਼ਨ ਦਾ ਫੈਕਟਰ ਵੀ ਦੇਖੋ ਤਾਂ ਉਸ ਦਾ ਅਸੀਂ ਬੋਲਦੇ ਹਾਂ ਇੰਟੈਂਸਿਟੀ ਐਟ ਅ ਪਰਟੀਕੂਲਰ ਡਿਸਟੈਂਸ, ਸੇ ਦੈਟ ਇਜ਼ x will be equals to I naught, where I naught represents the intensity at x equals to 0 into e raised to power minus alpha of x, where alpha represents the attenuation constant। इसमें ਅਸੀਂ ऑलरेडी पहला क्लास के विचकार डिस्कस कर चुके हैं। ਜਿਹੜਾ अल्फा का फैक्टर है उसमें ਅਸੀਂ ਕੀ ਬੋਲਦੇ ਨੇ, attenuation constant, और sometimes it is also known as the absorption coefficient। ਹੁਣ ਇਸ ਚੀਜ਼ ਨੂੰ ਸਮਝਣ ਦੇ ਲਈ ਜਸਟ ਇੱਕ ਸਿੰਪਲ ਰਿਵਿਊ ਇੱਕ ਦੇ ਰਿਹਾ ਤੁਹਾਨੂੰ। ਜੇ ਸਪੋਜ਼ ਕਰੋ ਅਸੀਂ ਕਿਸੇ ਵੀ ਮੀਡੀਅਮ ਦੇ ਵਿੱਚੋਂ ਲਾਈਟ ਨੂੰ ਪਾਸ ਕਰਾਈਏ ਤਾਂ ਜਿਸ ਪੁਆਇੰਟ ਦੇ ਉੱਪਰ ਇਸ ਦੀ ਲੈਂਥ ਡਿਸਟੈਂਸ x 0 ਹੈਗਾ, ਉਸ ਪੁਆਇੰਟ ਦੇ ਉੱਪਰ इंटेंसिटी की वैल्यू की है, दैट इज ऑफ आई नोट, दैट इज मैक्सिमम इंटेंसिटी। पर जिस पॉइंट से ऊपर इसने कोई पर्टिकुलर डिस्टेंस ट्रैवल कर लिया, मान लिया जाए जे मैं यही वाले डिस्टेंस नू x लेके चलना या x1 कह देने हैं, तो इसी वैल्यू की होएगी, दैट इज इंटेंसिटी एट डिस्टेंस x1 will be equals to I naught into e raised to power minus alpha into x1, where negative sign represents that intensity and a distance will decrease। ਜਿਵੇਂ ਜਿਵੇਂ ਲਾਈਟ ਬੀਮ ਅੰਦਰ ਟਰੈਵਲ ਕਰੇਗੀ ਤਾਂ ਇਸ ਦੇ ਅਕੋਰਡਿੰਗ ਆ ਰਿਹਾ ਕਿ ਅਸੀਂ ਇੰਟੈਂਸਿਟੀ 'ਚ ਕੀ ਮਿਲੇਗੀ, ਸਾਨੂੰ ਰਿਡਕਸ਼ਨ ਮਿਲੇਗੀ, ਇੰਟੈਂਸਿਟੀ ਡਿਕਰੀਜ਼ ਹੋ ਜਾਏਗੀ ਐਂਡ ਮੈਕਸਿਮਮ ਇੰਟੈਂਸਿਟੀ ਐਟ ਡਿਸਟੈਂਸ 0। ਇਸ ਕੰਸੈਪਟ ਨੂੰ ਅੱਗੇ ਅਸੀਂ ਯੂਜ਼ ਕਰਨਾ ਹੈ ਇਸੇ ਕੰਡੀਸ਼ਨ ਦੇ ਵਿਚਕਾਰ। ਹੁਣ ਜਦੋਂ ਅਸੀਂ ਆਪਟੀਕਲ ਰੈਜ਼ੋਨੇਟਰ ਕੈਵਿਟੀ ਲਿੱਤੀ ਸੀ ਤਾਂ ਅਸੀਂ ਕਿਹਾ ਸੀ ਦੇਅਰ ਆਰ ਬੋਥ ਟਾਈਪਸ ਆਫ ਐਮਿਸ਼ਨਸ, ਸਪੌਂਟੇਨੀਅਸ ਐਜ਼ ਵੈਲ ਐਜ਼ ਸਟਿਮੂਲੇਟਡ। ਸਟਿਮੂਲੇਟਡ ਐਮਿਸ਼ਨਸ ਕੀ ਕਰਦੀਆਂ ਨੇ, ਗੇਨ, that means they will increase the light intensity, but spontaneous emissions in which we have the random emission of photons whose phase is not same,
will be basically the loss. That means in an optical resonator cavity, both the processes are occurring simultaneously. One is loss plus another is gain. That means gain ਤੇ loss ਦੋਵੇਂ ਹੀ ਪ੍ਰੋਸੈਸ ਇਸ ਆਪਟੀਕਲ ਰੈਜ਼ੋਨੇਟਰ ਕੈਵਿਟੀ ਦੇ ਵਿੱਚ ਆਪਣੇ ਆਪ ਹੁੰਦੇ ਰਹਿੰਦੇ ਨੇ। ਸਾਡਾ ਮੇਨ ਪੁਆਇੰਟ ਕੀ ਹੈ, ਅਸੀਂ ਚਾਹੁੰਦੇ ਕਿ ਗੇਨ ਦੀ ਵੈਲਿਊ ਜ਼ਿਆਦਾ ਹੋਵੇ ਤੇ ਲੋਸ ਦੀ ਵੈਲਿਊ ਕੀ ਹੋਵੇ, ਘੱਟ ਹੋਵੇ। इस लिए ਅਸੀਂ ਇੱਥੇ ਇੱਕ ਨਵਾਂ ਕੋਫੀਸ਼ੀਐਂਟ ਡਿਫਾਈਨ ਕਰਨ ਲੱਗੇ ਹਾਂ, that is known as the gain coefficient. This gain coefficient is represented by gamma, and if I assume that there is no any loss of that is scattering, diffraction or whatever, then I can say that gain coefficient gamma is equals to the negative of the alpha, where alpha is known as the attenuation constant. This condition is taken when we have considered only the losses due to these two mirrors, that is M1 and M2. Let us suppose mirror M1 has reflectivity R1 and mirror M2 has the reflectivity R2. In that case, I can say in a single round trip, ਹੁਣ ਇਸ ਕੇਸ 'ਚ ਦੇਖੋ ਅਸੀਂ ਕੀ ਕਰ ਰਹੇ ਹਾਂ। ਮੰਨ ਲਓ ਕਿ ਜਿਹੜੀ ਲਾਈਟ ਦੀ ਬੀਮ ਹੈਗੀ ਹੈ, ਇਸ ਚੀਜ਼ ਨੂੰ ਤੁਸੀਂ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਅਸੀਂ ਇਸ ਕੇਸ 'ਚ ਮੈਂ ਲੈ ਕੇ ਚੱਲ ਰਿਹਾ ਕਿ ਇੱਕ ਆਪਟੀਕਲ ਜਿਹੜੀ ਰੈਜ਼ੋਨੇਟਰ ਕੈਵਿਟੀ ਹੈਗੀ ਹੈ, ਜਿਸ ਦੀ ਲੈਂਥ ਅਸੀਂ ਉੱਪਰ ਡਿਫਾਈਨ ਕੀਤੀ ਹੈ, that is of capital L. Is it clear? This is say mirror M2 and say this is the mirror M1. When a light beam starts from here and goes to the mirror M2, then it covers the path length of capital L. It is clear? ਹੁਣ ਜਦੋਂ path length L ਨੇ ਕਵਰ ਕੀਤੀ ਹੈ ਤਾਂ ਇਸ ਪੁਆਇੰਟ से आके mirror M2 ਦੇ ਉੱਪਰ which is 100% reflective, it will get reflect. ਜਿਵੇਂ ਹੀ ਇਹ mirror ਇਸ beam ਤੇ reflect हुई है, a beam reflect हुई है from mirror M2, there will be some loss, and that loss is due to the reflectivity of the mirror say M2, whose and mirror M1 has reflectivity R1. Now by this method or by this formula, I can say that intensity at a covering of one single length L is equals to I naught, which is the intensity in starting, that is maximum intensity of light beam is equals to I naught into e raised to power minus of alpha, which is the attenuation constant, into the length that is of L covered by this. One thing is also important, that when the beam passes through this medium, there is also stimulated emissions, that is gain. ਜਿਵੇਂ ਜਿਵੇਂ ਇਹ beam travel ਕਰੇਗੀ, attenuation that is loss ਤੇ gain ਦੋਵੇਂ simultaneously proceed ਹੋਣਗੇ। ਤਾਂ gain ਦੇ ਲਈ ਅਸੀਂ ਕੋਫੀਸ਼ੀਐਂਟ ਕਿਹੜਾ ਲੈ ਕੇ ਚੱਲੇ ਹਾਂ, that is gamma। ਤਾਂ ਇਸੇ ਫੈਕਟਰ ਨੂੰ ਅਸੀਂ ਲਿਖ ਸਕਦੇ ਹਾਂ plus gamma into L, or I of L equals to I naught into e raised to power gamma minus alpha times L. This is the equation for an intensity of a beam when it is reached at the mirror M2 starts from mirror M1, and as it covers again reflection from this and reach to the mirror M1, meaning एक single round trip complete हो गया from M1 to M2 and M2 to M1. That means in a single round trip, the intensity I at length 2L, because it takes two reflection, that means covers same length twice, is equals to I naught into e raised to power gamma minus alpha
into 2L. So this is equation number 2. That is very important equation. Now if we want that there is a gain, and one thing is also important, the concept of their reflectivity. Make it a correction please. ਜਦੋਂ इसने लेंथ L कवर की सी ਤਾਂ उस पॉइंट से ऊपर इस पॉइंट की रिफ्लैक्टिविटी कितनी आई सी R2, ਤਾਂ ਇਸ ਨੂੰ ਅਸੀਂ ਮਲਟੀਪਲਾਈ ਕਰ ਦਾਂਗੇ ਬਾय R2 which is the reflectivity of mirror M2. Similarly here there are the two factors R2 into R1. ਤਾਂ ਇਹ ਆਪਣੇ ਕੋਲ ਕੰਪਲੀਟ ਇਕੁਏਸ਼ਨ ਬਣ ਗਈ ਇੰਟੈਂਸਿਟੀ ਦੀ, that is I of 2L equals to I naught into e raised to power gamma minus alpha into 2L multiply by R2 into R1. And change in intensity, that is change in intensity. ਹੁਣ ਜਿਹੜਾ ਅਸੀਂ ਚੇਂਜ ਲੈ ਰਹੇ ਹਾਂ, ਚੇਂਜ ਕਿਸੇ ਰਿਸਪੈਕਟ 'ਚ ਲੈ ਰਹੇ ਹਾਂ ਕਿ ਜਿਹੜੀ ਇੰਟੈਂਸਿਟੀ ਓਰੀਜਨਲੀ ਲਾਈਟ ਬੀਮ ਅਸੀਂ ਪਾਈ ਹੈ ਵਿਚਕਾਰ ਆਈ ਨੋਟ, ਉਸ ਦੇ ਵਿਚਕਾਰ ਕਿੰਨਾ ਚੇਂਜ ਆਇਆ, ਤਾਂ ਉਸ ਨੂੰ ਅਸੀਂ ਕਿਸ ਤਰ੍ਹਾਂ ਕੈਲਕੂਲੇਟ ਕਰਾਂਗੇ, that is by the ratio of intensity in a single round trip, that is of 2L divided by I naught is equals to I naught into e raised to power gamma minus alpha into 2L R1 into R2 divided by I naught. I naught will be cancel out and you will get, that is e raised to power gamma minus alpha into 2L multiply by R1 into R2. This complete factor represents the gain inside the cavity in a single round trip. And if we want that there should be a increase in intensity, that means lossive part ਜਿਹੜਾ ਹੈਗਾ ਉਹ ਕੀ ਹੋਵੇ, ਘੱਟ ਹੋਵੇ, ਤਾਂ ਉਸੇ ਲਈ ਸਾਨੂੰ ਕੀ ਅਸੀਂ ਕੀ ਚਾਹਾਂਗੇ ਕਿ ਜਿਹੜੀ ਆਪਣੇ ਕੋਲ ਗੇਨ ਦੀ ਵੈਲਿਊ ਹੈ, if the value है that should be greater than 1. That means if we want to increase in intensity of light beam, then intensity I at 2L divided by I naught should be greater than or equals to 1. That means ਜਦੋਂ ਆਪਣੇ ਕੋਲ ਇਹ ਰੇਸ਼ੋ ਨਿਊਮਰੇਟਰ ਪਾਰਟ ਵੱਡਾ ਹੋਏਗਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਦੇ ਵਿਚਕਾਰ ਕੀ ਹੋ ਰਿਹਾ, ਇੰਟੈਂਸਿਟੀ 'ਚ ਇੰਕਰੀਮੈਂਟ ਹੋ ਰਿਹਾ. ਫॉर दैट I can say e raised to power gamma minus alpha into 2L into R1 into R2 which is the reflectivities should be greater than or equals to 1, or e raised to power gamma minus alpha into 2L is greater than or equals to 1 upon R1 into R2. Here is exponential, and we know that to solve the exponential we use the natural logarithm. Taking natural log on both sides, then you will get gamma minus alpha into 2L should be greater than into equal to or greater than of log of natural log of 1 upon R1 into R2, or gamma minus alpha is greater than or equals to 1 upon 2L natural log of 1 upon R1 into R2, and gamma equals to alpha this side plus 1 upon 2L into log of 1 upon R1 into R2. This is the condition for greater than and equal to. This is for the gain. That means by this we can calculate easily the gain coefficient gamma whose value should be greater than or equals to the alpha plus 1 upon 2L log of 1 upon R1 into R2. If we want the condition of threshold, that means at threshold gain,
ਤਾਂ ਦੇਖੋ ਥ੍ਰੈਸ਼ਹੋਲਡ ਦਾ ਮੀਨਿੰਗ ਕੀ ਹੈ, ਪਹਿਲਾਂ ਹੀ ਡਿਸਕਸ ਕੀਤਾ ਹੈ ਕਿ ਮਿਨੀਮਮ ਅਮਾਊਂਟ ਆਫ ਰਿਕੁਆਇਰਮੈਂਟ। ਤੇ ਜਦੋਂ ਅਸੀਂ ਇਸ ਕੇਸ 'ਚ ਦੇਖਦੇ ਹਾਂ ਤਾਂ ਇਸ ਕੇਸ ਦੇ ਵਿਚਕਾਰ ਮਿਨੀਮਮ ਅਮਾਊਂਟ ਆਫ ਰਿਕੁਆਇਰਮੈਂਟ ਉਦੋਂ ਹੋਏਗੀ ਜਦੋਂ ਅਸੀਂ ਇਸ ਵਿੱਚ ਇਕੁਐਲਿਟੀ ਦਾ ਸਾਈਨ ਲਵਾਂਗੇ। That's why gamma should be gamma TH. TH represents the threshold gain. Gamma TH equals to alpha। ਤੇ ਇਸ ਚੀਜ਼ ਨੂੰ ਅਸੀਂ log ਦੀ ਪ੍ਰੋਪਰਟੀ ਨਾਲ ਯੂਜ਼ ਕਰ ਸਕਦੇ ਹਾਂ R1 R2 with power -1। ਤੇ log ਦੀ ਪ੍ਰੋਪਰਟੀਜ਼ ਮਾਈਨਸ ਕੀ ਹੁੰਦਾ ਹੈ, ਅੱਗੇ ਆ ਜਾਂਦਾ ਹੈ। ਤਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ gamma TH is equals to alpha -1/2L log of R1 into R2, which is the condition for a threshold gain। ਓਕੇ, ਹੁਣ ਇਸ ਪੁਆਇੰਟ ਤੱਕ ਅਸੀਂ ਦੇਖਦੇ ਹਾਂ ਕਿ ਜਿਹੜੀ ਇਸੇ ਰਾਈਟ ਹੈਂਡ ਸਾਈਡ ਹੈਗੀ ਹੈ ਇਸ ਦੇ ਵਿਚਕਾਰ ਕੀ ਹੈ, ਅਲਫਾ ਵਿਚ ਇਜ਼ ਦ ਅਟੈਨੂਏਸ਼ਨ ਕੌਨਸਟੈਂਟ ਐਂਡ ਅਟੈਨੂਏਸ਼ਨ ਕੌਨਸਟੈਂਟ ਡਿਪੈਂਡਸ ਅਪੋਨ ਦ ਮਟੀਰੀਅਲ। ਕਿਸ ਟਾਈਪ ਦਾ ਮਟੀਰੀਅਲ ਕਿਸ ਤੁਸੀਂ ਯੂਜ਼ ਕਰ ਰਹੇ ਹੋ ਤੇ ਕਿਹੜੇ ਮਿਰਰਸ ਤੁਹਾਡੇ ਕੋਲ ਹੈ ਜਿੱਥੋਂ ਤੋਂ ਰਿਫਲੈਕਸ਼ਨਸ ਹੋ ਰਹੀ ਹੈ। Again, that is next factor is the length L, which is nothing but the length of resonator cavity R1 R2, again the reflectivities of the mirrors M1 and M2। that means the complete right hand side of above equation totally dependent upon the cavity parameters। ਇਸ ਤੋਂ ਕੀ ਪਤਾ ਲੱਗਦਾ ਹੈ ਕਿ cavity parameters ਇਹ basically threshold gain ਨੂੰ affect ਕਰਦੇ ਹਨ। that mean by changing the concept or by changing the values of L, R1, R2, alpha, we can control the threshold gain। thank you। ਇਸ ਦੇ ਨਾਲ ਅਸੀਂ ਦੇਖ ਚੁੱਕੇ ਹਾਂ ਇਹ ਆਪਣਾ ਪੂਰਾ ਕੰਸੈਪਟ ਥ੍ਰੈਸ਼ਹੋਲਡ ਕੰਡੀਸ਼ਨ ਦਾ ਕੰਪਲੀਟ ਹੋਇਆ। ਪਰ ਇਸ ਤੋਂ ਅੱਗੇ ਸ਼ੈਲੋ ਐਂਡ ਟਾਊਨਸ ਕੰਡੀਸ਼ਨ ਬਣਾਉਣੀ ਅਸੀਂ ਨੈਕਸਟ ਲੈਕਚਰ 'ਚ ਸਿੱਖਾਂਗੇ। ਹਾਊ ਵੀ ਕੈਨ ਯੂਜ਼ ਦਿਸ ਰਿਲੇਸ਼ਨ ਟੂ ਕ੍ਰੀਏਟ ਦ ਸ਼ੈਲੋ ਐਂਡ ਟਾਊਨਸ ਕੰਡੀਸ਼ਨ। ਸ਼ੈਲੋ ਐਂਡ ਟਾਊਨਸ ਕੰਡੀਸ਼ਨ ਆਰ ਨਥਿੰਗ ਬਟ ਆਲਸੋ ਦ ਥ੍ਰੈਸ਼ਹੋਲਡ ਕੰਡੀਸ਼ਨ but in a different way। thank you।